ਕਿ ਵਿਰੋਧੀ ਦਲਾਂ ਦਾ ਨਵਾਂ ਬਣਿਆ ਅਲਾਇੰਸ INDIA NDA ਦਾ ਰੱਥ ਰੋਕ ਪਾਏਗਾ। ਕੌਣ ਹੋਏਗੀ ਉਹ ਪਾਰਟੀ ਜਿਹੜੀ 2024 ਦੇ ਵਿੱਚ ਇੱਕ ਵਾਰ ਫਿਰ ਤੋਂ ਸਰਕਾਰ ਬਣਾਵੇਗੀ, ਤੇ ਨਾਲ ਹੀ ਨਾਲ ਕਿਹੜੇ ਉਹ ਚਿਹਰੇ ਹੋਣਗੇ ਜਿਹੜੇ ਪ੍ਰਧਾਨ ਮੰਤਰੀ ਦੀ ਰੇਸ ਦੇ ਵਿੱਚ ਸਭ ਤੋਂ ਅੱਗੇ ਰਹਿਣਗੇ। ਸੋ ਸੀ ਸਰਵੇ ਇੱਕ ਹੋਇਆ, ਉਸ ਦੇ ਵਿੱਚ ਕਿਹੜੀ ਪਾਰਟੀ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਕਿਹੜੇ ਉਹ ਚਿਹਰੇ ਹੋਣਗੇ ਜਿਹੜੇ NDA ਨੂੰ ਟੱਕਰ ਦਿੰਦੇ ਨਜ਼ਰ ਆਉਣਗੇ। ਇਹਨਾਂ ਚਿਹਰਿਆਂ ਬਾਰੇ ਗੱਲ ਕਰਾਂਗੇ ਕਿ ਆਖਰ ਸੀ ਸਰਵੇ ਵੋਟਰ ਆ ਕੀ ਰਿਹਾਗਾ, ਕਿਸ ਨੂੰ ਜੇਤੂ ਦੇ ਰਿਹਾ ਤੇ ਕਿਸ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੀ ਸਰਵੇ ਦੇ ਵੋਟਰਾਂ ਦੇ ਦੁਆਰਾ। ਤੇ ਉਧਰ ਗੱਲ ਕਰਾਂਗੇ ਇੱਕ ਵੱਡੇ ਘਪਲੇ ਦੀ। ਪਿਛਲੇ ਸਮੇਂ ਪੰਜਾਬ ਦੇ ਵਿੱਚ ਵੱਡਾ ਘਪਲਾ ਹੋਇਆ ਸੀ, ਲੇਕਿਨ ਇਸ ਘਪਲੇ ਨੂੰ ਠੰਡੇ ਬਸਤੇ ਪਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ। ਇਹ ਗੱਲ ਕੌਣ ਕਹਿ ਰਿਹਾ, ਕਿਸ ਸੰਦਰਭ ਦੇ ਵਿੱਚ ਕਹਿ ਰਿਹਾ ਹੈ ਤੇ ਕਿਹੜਾ ਉਹ ਘਪਲਾ ਸੀ ਤੇ ਇਸ ਘਪਲੇ ਦੇ ਵਿੱਚ ਹੁਣ ਬਚਾਉਣ ਦੀ ਕੋਸ਼ਿਸ਼ ਕਿਸ ਨੂੰ ਕੀਤੀ ਜਾ ਰਹੀ ਹੈ। ਗੱਲਬਾਤ ਇਸ ਪੂਰੀ ਖਬਰ ਦੇ ਉੱਪਰ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਅਧਿਆਪਕਾਂ ਦੇ ਬਾਰੇ, ਕਿਉਂਕਿ ਇੱਕ ਵਾਰ ਫਿਰ ਤੋਂ ਅਧਿਆਪਕ ਸਰਕਾਰ ਦੇ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ। ਆਖਰ ਹੁਣ ਅਧਿਆਪਕਾਂ ਦੇ ਵੱਲੋਂ, ਕਿਹੜੇ ਅਧਿਆਪਕਾਂ ਦੇ ਵੱਲੋਂ ਇਹ ਸੰਘਰਸ਼ ਸਰਕਾਰ ਦੇ ਖਿਲਾਫ ਵਿੱਢਣ ਦੀ ਤਿਆਰੀ ਕੀਤੀ ਗਈ ਤੇ ਕਿਉਂ ਕੀਤੀ ਗਈ ਹੈ। ਗੱਲਬਾਤ ਉਹਨਾਂ ਕਾਰਨਾਂ ਦੇ ਉੱਪਰ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਜੀ, 2024 ਇਲੈਕਸ਼ਨ ਈਅਰ ਤੇ ਨਾਲ ਹੀ ਨਾਲ ਜੋੜ ਤੋੜ ਦੇਸ਼ ਦੀ ਸਿਆਸਤ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ, ਲੇਕਿਨ ਕਿਹੜੇ ਉਹ ਚਿਹਰੇ ਹੋਣਗੇ ਕਿ ਭਾਵੇਂ ਕਿ ਇੱਕ ਵਿਰੋਧੀ ਦਲਾਂ ਨੇ ਇਕੱਠੇ ਹੋ ਕੇ NDA ਦਾ ਜੇਤੂ ਰੱਥ ਰੋਕਣ ਦੇ ਲਈ ਇੱਕ ਅਲਾਇੰਸ ਬਣਾਇਆ INDIA। ਕੀ ਇਹ INDA ਜੋ ਨਵਾਂ ਅਲਾਇੰਸ ਹੈ NDA ਦਾ ਰੱਥ ਰੋਕ ਪਾਏਗਾ ਤੇ ਕਿਹੜੇ ਉਹ ਚਿਹਰੇ ਹੋਣਗੇ ਜਿਹੜੇ ਇਸ INDIA ਦਾ ਜੋ ਮੇਨ ਚਿਹਰਾ ਹੋ ਸਕਦੇ ਨੇ, ਜਾਂ ਫਿਰ ਕਹੀਏ ਵੀ ਜਿਸ ਦੇ ਆਧਾਰ ਦੇ ਉੱਪਰ ਇਹ ਇਲੈਕਸ਼ਨ ਲੜੀ ਜਾਏਗੀ। ਸੋ ਇੱਕ ਸੀ ਵੋਟਰ ਸਰਵੇ ਹੋਇਆ, ਇਹ ਸਰਵੇ ਕਿਹਨਾਂ ਵੱਲੋਂ ਕਰਾਇਆ ਗਿਆ ਤੇ ਸਰਵੇ ਕਿਸ ਤਰ੍ਹਾਂ ਦੇ ਨਾਲ ਦੱਸਦਾ ਨਜ਼ਰ ਆ ਰਿਹਾ ਵੀ ਕੌਣ ਜਿੱਤ ਸਕਦਾ ਹੈ, ਕੌਣ ਕਿੰਨੀਆਂ ਸੀਟਾਂ ਲਏਗਾ, ਕਿਹੜਾ ਚਿਹਰਾ ਅੱਗੇ ਕਿਹੜਾ ਚਿਹਰਾ ਪਿੱਛੇ। ਕਿਵੇਂ ਦੇਖ ਰਹੇ ਹੋ ਸੀ ਵੋਟਰ ਸਰਵੇ ਨੂੰ? ਆਖਰ ਸੀ ਸਰਵੇ ਦੇ ਵਿੱਚ ਦਰਸਾਇਆ ਕੀ ਗਿਆ? ਮਾਨ ਸਾਹਿਬ, ਜਿਉਂ 2024 ਦੀਆਂ ਚੋਣਾਂ ਲਾਗੇ ਆ ਰਹੀਆਂ ਨੇ, ਕਿਉਂ ਤੋਂ ਇਹੋ ਜਿਹੇ ਸਰਵੇ ਹੁਣ ਆਉਣੇ ਸ਼ੁਰੂ ਹੋ ਗਏ ਨੇ ਔਰ ਭਵਿੱਖ ਦੇ ਵਿੱਚ ਆਉਂਦੇ ਵੀ ਰਹਿਣਗੇ ਜਦੋਂ ਤੱਕ ਚੋਣਾਂ ਹੋ ਨਹੀਂ ਜਾਂਦੀਆਂ। ਹੁਣ ਇੱਕ ਸਰਵੇ ਬੜਾ ਚਰਚਾ ਦੇ ਵਿੱਚ ਸਾਹਮਣੇ ਆਇਆ। ਕੌਮੀ ਪੱਧਰ ਦੇ ਇੱਕ ਮੈਗਜ਼ੀਨ ਨੇ ਇੱਕ ਜਿਹੜਾ ਸਰਵੇ ਜਿਹੜਾ ਆ ਉਹ ਕਰਾਇਆ ਹੈਗਾ, ਔਰ ਉਸ ਮੈਗਜ਼ੀਨ ਦੀ ਜਿਹੜੀ ਆਪਣੀ ਇੱਕ ਅਸੀਂ ਕਹਿ ਸਕਦੇ ਕਿ ਗਰਮਾ ਹੈ, ਉਸ ਦਾ ਇੱਕ ਆਪਣਾ ਆਧਾਰ ਹੈਗਾ। ਤਾਂ ਉਸ ਮੈਗਜ਼ੀਨ ਦੇ ਵੱਲੋਂ ਸੀ ਵੋਟਰ ਦੇ ਜਾਂ ਕਰਵਾਇਆ ਗਿਆ ਸੀ ਵੋਟਰ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਰਵੇ ਜਿਹੜਾ, ਤਾਂ ਉਹਦੇ ਵਿੱਚ ਬੜੇ ਹੈਰਾਨੀਜਨਕ ਜਿਹੜੇ ਤੱਥ ਜਿਹੜੇ ਆਪਣੇ ਮਾਨ ਸਾਹਿਬ ਉਹ ਸਾਹਮਣੇ ਆਏ ਆ। ਹੁਣ ਜੋ ਸਰਵੇ ਦੇ ਵਿੱਚ ਰਿਪੋਰਟਾਂ ਜੋ ਸਾਹਮਣੇ ਆਈਆਂ ਨੇ, ਇਸ ਵੇਲੇ ਮੁੱਖ ਟੱਕਰ ਜਿਹੜੀ ਆ NDA ਅਲਾਇੰਸ ਜੋ ਹੈਗਾ ਵਰਸਸ ਇੰਡੀਅਨ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਬਣਿਆ ਹੈਗਾ ਉਹਨਾਂ ਵੱਲੋਂ ਵਿਰੋਧੀ ਤਰ੍ਹਾਂ ਦਾ, ਉਸ ਦਾ ਉਹਨਾਂ ਨੇ ਕੱਲਾ ਇੱਕ ਵਿਸ਼ਲੇਸ਼ਣ ਜਿਹੜਾ ਆ ਉਹ ਪੇਸ਼ ਕੀਤਾ ਹੈ। ਸਮੁੱਚੇ ਰੂਪ ਦੇ ਵਿੱਚ ਅਗਰ ਜੇ ਮੈਂ ਸਭ ਤੋਂ ਪਹਿਲਾਂ ਸੰਖੇਪ 'ਚ ਹੀ ਗੱਲ ਕਰਾਂ ਤਾਂ ਇਹ ਜੋ ਸੀ ਵੋਟਰ ਦਾ ਜੋ ਸਰਵੇਖਣ ਆ ਇਹ ਦੱਸ ਰਿਹਾ ਕਿ 2024 ਦੀਆਂ ਚੋਣਾਂ ਦੇ ਵਿੱਚ ਜੇਕਰ ਅੱਜ ਚੋਣਾਂ ਹੁੰਦੀਆਂ ਨੇ ਤਾਂ NDA ਜਿਹੜਾ ਉਹ ਸਰਕਾਰ ਬਣਾਉਂਦਾ ਸਾਫ਼ ਨਜ਼ਰ ਆਉਂਦਾ ਹੈਗਾ। ਇਹ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਜੋ ਸਰਵੇਖਣ ਨੇ ਦੱਸਿਆ ਉਹਦੇ ਵਿੱਚ NDA ਜਿਹੜਾ ਹੈ ਸਮੁੱਚਾ NDA ਜਿਹੜਾ 38 ਪਾਰਟੀਆਂ ਦਾ ਗਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਬਣੇ ਨੇ, ਉਹ 306 ਸੀਟਾਂ ਜਿਹੜੀਆਂ ਨੇ ਅਗਰ ਅੱਜ ਵੋਟਾਂ ਹੁੰਦੀਆਂ ਨੇ ਤਾਂ ਅਗਰ ਅੱਜ ਚੋਣਾਂ ਹੋ ਜਾਂਦੀਆਂ ਤਾਂ 306 ਜਿਹੜੀਆਂ ਨੇ ਉਹ NDA ਦੇ ਖਾਤੇ ਦੇ ਵਿੱਚ ਜਾਂਦੀਆਂ ਨੇ, ਜਦੋਂ ਕਿ ਦੂਜੇ ਪਾਸੇ ਜਿਹੜਾ ਇੰਡੀਆ ਅਲਾਇੰਸ ਹੈਗਾ ਉਹ 192 ਦੇ ਲਾਗੇ ਚੱਕ ਜਾ ਕੇ ਲੁੜਕ ਜਾਂਦਾ ਹੈਗਾ। ਇਹ ਉਸ ਦਾ ਸੰਖੇਪ ਜਿਹੜਾ ਅਸੀਂ ਕਹਿ ਸਕਦੇ ਕਿ ਜੋ ਉਸਨੇ ਸਮੁੱਚ ਪੇਸ਼ ਕੀਤਾ ਜਿਹੜਾ ਹੈਗਾ। ਤੇ ਜੇਕਰ ਹੁਣ ਇਕੱਲੇ ਦੀ ਗੱਲ ਕਰੀਏ ਤਾਂ ਪਿਛਲੀ ਵਾਰੀ ਜਦੋਂ ਚੋਣਾਂ 2019 ਚ ਹੁੰਦੀਆਂ ਨੇ ਤਾਂ ਉਸ ਵਕਤ ਇਕੱਲੇ ਭਾਰਤੀ ਜਨਤਾ ਪਾਰਟੀ ਨੂੰ BJP ਨੂੰ 303 ਦਾ ਜਿਹੜਾ ਗ੍ਰਾਫ ਜਿਹੜਾ ਉਹ ਜਿਹੜੀਆਂ ਸੀਟਾਂ ਜਿਹੜੀਆਂ ਭਾਰਤ ਵਿੱਚੋਂ ਮਿਲੀਆਂ ਸਨ ਇਕੱਲੀ ਭਾਰਤੀ ਜਨਤਾ ਪਾਰਟੀ। ਜਦੋਂ ਕਿ ਇਹ ਜਿਹੜਾ ਸੀ ਵੋਟਰ ਦਾ ਜਿਹੜਾ ਐਨਾਲਿਸਿਸ ਜਾਂ ਸਰਵੇਖਣ ਹੁਣ ਇਸ ਵੇਲੇ 287 ਦੇ ਕਰੀਬ ਭਾਰਤੀ ਜਨਤਾ ਪਾਰਟੀ ਨੂੰ ਇਹ ਦਰਸਾ ਰਿਹਾ ਕਿ ਮੀਨਜ਼ ਕੋਈ 15-20 ਸੀਟਾਂ ਦਾ ਜਿਹੜਾ ਨੁਕਸਾਨ ਆ
ਉਹ ਦਰਸਾਉਣ ਦਾ ਯਤਨ ਕਰ ਰਿਹਾ ਕਿ ਇਸ ਵੇਲੇ ਇਹ ਸੀਟਾਂ ਦਾ ਨੁਕਸਾਨ ਜਿਹੜਾ ਹੋ ਸਕਦਾ। ਇਸੇ ਤਰ੍ਹਾਂ ਉਹਨਾਂ ਨੇ ਕਾਂਗਰਸ ਦੀ ਜੇਕਰ ਗੱਲ ਕਰੀਏ ਕਿ ਕਾਂਗਰਸ ਨੂੰ ਉਹਨਾਂ ਨੇ ਕਾਂਗਰਸ ਦੇ ਗ੍ਰਾਫ ਦੇ ਵਿੱਚ ਵਾਧਾ ਜਿਹੜਾ ਸੀ ਵੋਟਰ ਨੇ ਦੱਸਿਆ ਹੈਗਾ। ਜਿਸ ਤਰ੍ਹਾਂ ਪਿਛਲੀ ਵਾਰੀ ਕਾਂਗਰਸ ਪਾਰਟੀ ਜਿਹੜੀ ਆ ਉਹ ਕੇਵਲ ਤੇ ਕੇਵਲ 52 ਸੀਟਾਂ ਲੈ ਕੇ ਲੋਕ ਸਭਾ ਦੇ ਵਿੱਚ ਪਹੁੰਚੀ ਸੀ, ਜਦੋਂ ਕਿ ਹੁਣ ਜਿਹੜੇ ਸਰਵੇਖਣ ਦੇ ਆਧਾਰ ਤੇ ਜੋ ਐਨਾਲਿਸਿਸ ਸਾਹਮਣੇ ਆਇਆ ਉਹਦੇ ਵਿੱਚ ਉਹ ਕਾਂਗਰਸ ਪਾਰਟੀ ਨੂੰ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹ 92-93 ਦੇ ਲਾਗੇ, ਮਾਫ ਕਰਤਾ 72 ਦੇ ਲਾਗੇ ਚੱਕੇ 20 74 ਸਰ 74 ਸੀਟਾਂ ਸੀ ਸਰਵੇ ਦਿੰਦਾ ਨਜ਼ਰ ਆ ਰਿਹਾ ਕਾਂਗਰਸ ਨੂੰ। ਜੀ ਬਿਲਕੁਲ, ਪਿਛਲੀ ਵਾਰੀ ਇਹ 52 ਸੀ ਤਾਂ ਹੁਣ ਉਹ 74 ਸੀਟਾਂ ਜਿਹੜਾ ਉਹ ਦਿੰਦਾ ਦਿਖਾਈ ਦੇ ਰਿਹਾ, ਯਾਨੀ ਕਿ 20 ਸੀਟਾਂ ਦੇ ਉੱਤੇ ਕਾਂਗਰਸ ਜਿਹੜੀ ਆ ਉਹ ਲੀਡ ਕਰਦੀ ਜਿਹੜੀ ਦਿਖਾਈ ਦੇ ਰਹੀ ਆ। ਔਰ ਇਸ ਦੇ ਨਾਲ ਹੀ ਨਾਲ ਜਿਹੜਾ ਹੋਰ ਬੜਾ ਹੈਰਾਨੀਜਨਕ ਜਿਹੜਾ ਤੱਥ ਆ ਜਿਹਦੇ ਉੱਤੇ ਜਿਹੜੀ ਚਰਚਾ ਕਰਨੀ ਆਪਣੇ ਲਖਵਿੰਦਰ ਜੀ ਬਣਦੀ ਆ, ਇਸ ਦੇ ਵਿੱਚ 3 ਚਿਹਰੇ ਨੇ ਜਿਹੜੇ NDA ਕੋਲ ਨੇ। ਸਭ ਤੋਂ ਪਹਿਲਾਂ ਜਿਹੜਾ ਇਹ ਰਾਹੁਲ ਗਾਂਧੀ ਦਾ ਜਿਹੜਾ ਗ੍ਰਾਫ ਆ ਬਤੌਰ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਜੇਕਰ ਉਹਨਾਂ ਨੂੰ ਨਰਿੰਦਰ ਮੋਦੀ ਦੇ ਮੁਕਾਬਲੇ ਪੇਸ਼ ਕੀਤਾ ਜਾਂਦਾ ਤਾਂ ਉਹ NDA ਦੇ ਜਿਹੜਾ ਇੰਡੀਆ ਅਲਾਇੰਸ ਹੈਗਾ ਉਹਨਾਂ ਸਾਰੇ ਲੀਡਰਾਂ ਦੇ ਵਿੱਚੋਂ ਨੰਬਰ 1 ਤੇ ਉਹਨਾਂ ਦੀ ਜਿਹੜੀ ਸਥਿਤੀ ਆ ਉਹ ਪ੍ਰਤੀਤ ਜਿਹੜੀ ਹੋ ਰਹੀ ਹੈ। ਨੰਬਰ 2 ਤੇ ਮਮਤਾ ਬੈਨਰਜੀ ਜਿਹੜੇ ਨੇ ਉਹ ਪੱਛਮੀ ਬੰਗਾਲ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਨਾਮ ਹੈਗਾ, ਉਹਨਾਂ ਦਾ ਗ੍ਰਾਫ, ਜਦੋਂ ਹਾਲਾਂਕਿ ਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਮਮਤਾ ਬੈਨਰਜੀ ਦਾ ਗ੍ਰਾਫ ਜਿਹੜਾ ਉਹ ਉੱਥੇ ਸੀ, ਪਰ ਜਦੋਂ ਦੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੋਂ ਬਾਹਰ ਕਰਕੇ ਦੁਬਾਰਾ ਉਹਨਾਂ ਨੇ ਐਂਟਰੀ ਕੀਤੀ ਹੈ ਔਰ ਖਾਸ ਤੌਰ ਤੇ ਸੁਪਰੀਮ ਕੋਰਟ ਵੱਲੋਂ ਜਦੋਂ ਤੋਂ ਉਹਨਾਂ ਨੂੰ ਰਾਹਤ ਜਿਹੜੀ ਮਿਲੀ ਆ, ਉਹਨਾਂ ਦਾ ਗ੍ਰਾਫ ਜਿਹੜਾ ਆ ਉਹਦੇ ਵਿੱਚ ਜਿਹੜਾ ਉਹ ਵਾਧਾ ਹੋਇਆ। ਔਰ ਤੀਸਰੇ ਨੰਬਰ ਤੇ ਅਰਵਿੰਦ ਕੇਜਰੀਵਾਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ, ਇਹ ਹੁਣ ਤੀਜੇ ਨੰਬਰ ਤੇ ਜਿਹੜੇ ਚੱਲ ਰਹੇ ਨੇ। ਪਹਿਲਾਂ ਜਦੋਂ ਕਿ ਟੱਕਰ ਜਿਹੜੀ ਸੀ ਇਹ 2 ਨੰਬਰ ਦੇ ਵਿਚਕਾਰ ਚੱਲਦਾ ਸੀ, ਨੰਬਰ 1 ਤੇ ਮਮਤਾ ਬੈਨਰਜੀ ਸੀ ਔਰ ਨੰਬਰ 2 ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਵੇਖਿਆ ਜਾ ਰਿਹਾ ਸੀ। ਪਰ ਹੁਣ ਜਿਹੜੇ ਨਵੇਂ ਸਮੀਕਰਨ ਜਿਹੜੇ ਬਣੇ ਨੇ ਉਹਨਾਂ ਦੇ ਵਿੱਚ ਰਾਹੁਲ ਗਾਂਧੀ ਦਾ ਜਿਹੜਾ ਨਾਮ ਆ ਉਹ ਗ੍ਰਾਫ ਦੇ ਵਿੱਚ, ਰਾਹੁਲ ਗਾਂਧੀ ਦੇ ਨਾਮ ਦੇ ਗ੍ਰਾਫ ਦੇ ਵਿੱਚ ਵਾਧਾ ਜਿਹੜਾ ਉਹ ਹੋ ਰਿਹਾ। ਨੰਬਰ 2 ਤੇ ਮਮਤਾ ਬੈਨਰਜੀ ਹੈ ਔਰ ਨੰਬਰ 3 ਤੇ ਜਿਹੜਾ ਅਰਵਿੰਦ ਕੇਜਰੀਵਾਲ ਹੈ। ਜੇਕਰ ਆਪਾਂ ਸੀ ਵੋਟਰ ਦੇ ਇਸ ਅਧਿਐਨ ਦੀ ਸਰਵੇਖਣ ਦੀ ਮਾਨ ਸਾਹਿਬ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਤੱਥ ਉਹਨਾਂ ਨੇ ਪੇਸ਼ ਕੀਤੇ ਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਹੁਣ ਇਹ ਗੱਲ ਕਹੀ ਕਿ ਜੇਕਰ ਅੱਜ ਦੀ ਤਰੀਕ ਦੇ ਵਿੱਚ ਇਹ ਚੋਣਾਂ ਹੋ ਜਾਂਦੀਆਂ ਤੇ ਇਹ ਸਥਿਤੀ ਜਿਹੜੀ ਇਹ ਬਣਦੀ ਹੈ ਤਾਂ ਸਾਫ਼ ਭਾਵ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ, ਜੇਕਰ 306 ਸੀਟਾਂ ਸਮੁੱਚੇ NDA ਨੂੰ ਗੱਠਜੋੜ ਨੂੰ ਸੀ ਵੋਟਰ ਦੇ ਰਿਹਾ ਤਾਂ ਇਸ ਤੋਂ ਸਾਫ਼ ਸੰਕੇਤ ਇਹੋ ਨਿਕਲਦਾ ਕਿ 2024 ਦੇ ਵਿੱਚ ਸ਼ਾਇਦ ਆਪਾਂ ਆਪਣੇ ਬਹਾਵ ਤੇ ਕਹਿ ਸਕਦੇ, ਪਰ ਸੀ ਵੋਟਰ ਜਿਹੜਾ ਆ ਉਹ ਉਹਨਾਂ ਨੂੰ ਸਰਕਾਰ ਬਣਾਉਂਦਾ ਦਿਖਾਈ ਦੇ ਰਿਹਾ NDA ਨੂੰ, ਜਦੋਂ ਕਿ ਦੂਸਰੇ ਪਾਸੇ 192 ਸੀਟਾਂ ਤੇ ਇੰਡੀਆ ਅਲਾਇੰਸ ਜਿਹੜਾ ਰੁਕ ਜਾਂਦਾ। ਮਾਨ ਸਾਹਿਬ ਆਪਾਂ ਇੱਥੇ ਇਹ ਗੱਲ ਸਪਸ਼ਟ ਕਰ ਦਈਏ ਕਿ ਇਹੋ ਜਿਹੇ ਜਿਹੜੇ ਸਰਵੇਖਣ ਹੁੰਦੇ ਆ ਜਾਂ ਐਗਜ਼ਿਟ ਜਿਹੜੇ ਪੋਲ ਹੁੰਦੇ ਆ ਬਹੁਤ ਵਾਰ ਇਹ ਕਰਵਾਏ ਜਾਂਦੇ ਆ ਜਾਂ ਬਹੁਤ ਵਾਰ ਇਹਨਾਂ ਦੇ ਨਤੀਜੇ ਆਪਣੇ ਐਗਜ਼ੈਕਟ ਪੋਲਾਂ ਦੇ ਉਲਟ ਵੀ ਆਉਂਦੇ ਆ। ਪਰ ਕਿਉਂਕਿ ਇਹ ਹੁਣ ਕਿਉਂਕਿ ਰੁਝਾਨ ਜਿਹੜਾ ਇਸ ਵੇਲੇ ਚੱਲਦਾ ਪਿਆ ਆ ਤਾਂ ਉਸ ਰੁਝਾਨ ਦੇ ਮੁਤਾਬਕ ਜੇਕਰ ਇਹ ਐਗਜ਼ਿਟ ਪੋਲ ਹੀ ਅਸੀਂ ਕਹਿ ਜਾਈਏ ਤੇ ਨਤੀਜਿਆਂ 'ਚ ਬਦਲ ਜਾਣ ਤਾਂ ਫਿਰ ਅਸੀਂ ਕਹਾਂਗੇ ਕਿ ਇਹ ਇੰਡੀਆ ਅਲਾਇੰਸ ਵਾਸਤੇ ਇੱਕ ਬੜਾ ਵੱਡਾ ਜਿਹੜਾ ਉਹ ਝਟਕਾ ਹੋਵੇਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਕਾਂਗਰਸ ਪਾਰਟੀ ਜਾਂ ਦੂਜੇ ਬਾਕੀ ਵਿਰੋਧੀ ਦਲ ਇੱਕੋ ਹੀ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ ਕਿ ਐਰਕਾ ਮੋਦੀ ਦਾ ਜਿਹੜਾ ਵਿਜੇ ਰੱਥ ਆ ਉਸ ਨੂੰ ਰੋਕਣਾ ਹੈ। ਤੇ ਜੇਕਰ ਅਜਿਹਾ ਕੁਝ ਕਰਨ ਦੇ ਬਾਵਜੂਦ ਵੀ ਵਿਰੋਧੀ ਧਿਰ ਇਸ ਕਰਨ ਵਿੱਚ ਸਫਲ ਨਹੀਂ ਹੋ ਪਾਉਂਦੀ ਤਾਂ ਇਸ ਤੋਂ ਸਾਫ਼ ਸੰਕੇਤ ਇਹੋ ਹੀ ਨਿਕਲਦਾ ਕਿ ਲੋਕ ਜਿਹੜੇ ਨੇ ਅਜੇ ਵੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੇ ਉੱਤੇ ਮੋਹਰ ਜਿਹੜੀ ਆ ਉਹ ਲਾ ਰਹੇ ਨੇ ਜਾਂ ਉਹਦੇ ਉੱਤੇ ਲਾਉਣ ਨੂੰ ਤਿਆਰ ਹੈਗੇ ਨੇ। ਬਾਕੀ ਸਮੀਕਰਨ ਮਾਨ ਸਾਹਿਬ ਬਦਲਦੇ ਆ ਟਾਈਮ ਨਹੀਂ ਲੱਗਦਾ ਹੁੰਦਾ, ਸਮੇਂ ਅਜੇ ਚੋਣਾਂ ਦੇ ਵਿੱਚ ਘੱਟ ਤੋਂ ਘੱਟ 2 ਜਾਂ 4 ਮਹੀਨੇ ਨੇ, ਤਾਂ ਉਹਨਾਂ ਸਥਿਤੀਆਂ ਦੇ ਵਿੱਚ ਬਹੁਤ ਕੁਝ ਅਜਿਹਾ ਬਦਲੇਗਾ। ਪਰ ਆਪਾਂ ਲਖਵਿੰਦਰ ਜੀ ਇੱਕ ਗੱਲ ਕਰ ਦਈਏ ਕਿ ਅਜੇ ਤੱਕ ਬੇਸ਼ੱਕ ਇੰਡੀਆ ਅਲਾਇੰਸ ਬਣਿਆ ਪਰ ਅਜੇ ਤੱਕ ਇਹਨਾਂ ਕੋਲ ਕੋਈ ਵੀ ਅਜਿਹਾ ਪਰਪੱਕ ਪ੍ਰੋਗਰਾਮ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਇਹਨਾਂ ਕੋਲ ਹੈ ਨਹੀਂ ਜਿਨ੍ਹਾਂ ਨੂੰ ਲੈ ਕੇ ਇਹ ਕੇਂਦਰ ਸਰਕਾਰ ਨੂੰ ਘੇਰ ਸਕਣ। ਨਾ ਤਾਂ ਇਹਨਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਕੋਈ ਚਿਹਰਾ ਜਿਹੜਾ ਵੱਡੀ ਘਾਟ ਜਿਹੜੀ ਮਹਿਸੂਸ ਹੁੰਦੀ ਹੈ, ਨਾ ਤਾਂ ਕੋਈ ਚਿਹਰਾ ਇਹਨਾਂ ਕੋਲ ਅਜਿਹਾ ਹੈਗਾ ਕਿ ਜੇ ਚਿਹਰੇ ਨੂੰ ਲੈ ਕੇ ਇਹ ਚੋਣ ਮੈਦਾਨ ਦੇ ਵਿੱਚ ਉਤਰਨ। ਬੇਸ਼ੱਕ ਆਪਾਂ ਤਿੰਨਾਂ ਚਿਹਰਿਆਂ ਦੀ ਗੱਲ ਕੀਤੀ ਹੈ, ਜੇਕਰ ਰਾਹੁਲ ਗਾਂਧੀ ਦੇ ਚਿਹਰੇ ਨੂੰ ਵੀ ਲੈ ਕੇ ਸਮੁੱਚੀ ਵਿਰੋਧੀ ਧਿਰ ਜਾਂ ਇੰਡੀਆ ਅਲਾਇੰਸ ਚੋਣ ਮੈਦਾਨ ਵਿੱਚ ਉਤਰਦਾ ਤਾਂ ਕੀ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਅਖੀਰ ਤੱਕ ਸਾਰੇ ਜਿੰਨੇ ਵੀ ਵਿਰੋਧੀ ਗੱਠਜੋੜ ਨੇ ਇਸ ਮੁੱਦੇ ਤੇ ਸਹਿਮਤ ਰਹਿਣਗੇ? ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2004 ਦੀਆਂ
ਵੋਟਾਂ ਪਈਆਂ ਤਾਂ ਉਸ ਵਕਤ ਚਿਹਰਾ ਡਾਕਟਰ ਮਨਮੋਹਨ ਸਿੰਘ ਦਾ ਬਾਅਦ ਦੇ ਵਿੱਚ ਆਇਆ ਤਾਂ ਉਸ ਦੇ ਉੱਤੇ ਵੀ ਰੌਲਾ ਰੱਪਾ ਜਿਹੜਾ ਆਪਣੇ ਮਾਨ ਸਾਹਿਬ ਬੜਾ ਪਿਆ ਸੀ ਪਹਿਲਾਂ, ਕਿਉਂਕਿ ਸੋਨੀਆ ਗਾਂਧੀ ਬਣਨ ਦੇ ਚਾਹਵਾਨ ਸੀ, ਫਿਰ ਸੁਸ਼ਮਾ ਸਵਰਾਜ ਦਾ ਇਹਦੇ ਸੰਬੰਧ ਦੇ ਵਿੱਚ ਵਿਰੋਧ ਕੀਤਾ ਗਿਆ। ਫਿਰ ਅਖੀਰ ਤੇ ਇੱਕ ਸਮਾਂ ਇੱਦਾਂ ਆ ਕਿ ਪ੍ਰਣਬ ਮੁਖਰਜੀ ਦਾ ਨਾਮ ਹੀ ਆਇਆ ਔਰ ਉਸ ਤੋਂ ਮਗਰੋਂ ਫਿਰ ਡਾਕਟਰ ਮਨਮੋਹਨ ਸਿੰਘ ਦੇ ਨਾਮ ਤੇ ਜਿਹੜਾ ਗੁਣਾ ਪਿਆ ਸੀ। ਪਰ ਹੁਣ ਜਿਹੜੀਆਂ ਸਥਿਤੀਆਂ ਨੇ ਹੁਣ 2004 ਤੋਂ ਬਿਲਕੁਲ ਉਲਟ ਨੇ। ਤਾਂ ਅਜਿਹੀ ਸਥਿਤੀ ਦੇ ਵਿੱਚ ਹੁਣ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਕਿ ਵਿਰੋਧੀ ਧਿਰਾਂ ਜਾਂ ਕਿ ਇੰਡੀਆ ਅਲਾਇੰਸ ਜਿਹੜਾ ਹੈ ਜਾਂ ਕਾਂਗਰਸ ਪਾਰਟੀ ਕੀ ਬਾਕੀ ਆਪਣੇ ਭਾਈਵਾਲਾਂ ਨੂੰ ਰਾਹੁਲ ਗਾਂਧੀ ਦੇ ਨਾਮ ਤੇ ਸਹਿਮਤੀ ਬਣਾ ਪਾਉਣਗੇ। ਸਭ ਤੋਂ ਵੱਡਾ ਪ੍ਰਸ਼ਨ ਤਾਂ ਆਪਣੇ ਲਖਵਿੰਦਰ ਜੀ ਇਹੋ ਹੀ ਬਣਦਾ, ਕਿਉਂਕਿ ਅਜੇ ਤੱਕ ਇੰਡੀਆ ਅਲਾਇੰਸ ਵੱਲੋਂ ਆਪਣਾ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਕਿਸੇ ਵੀ ਨਾਮ ਦਾ ਐਲਾਨ ਜਿਹੜਾ ਉਹ ਨਹੀਂ ਅਜੇ ਤੱਕ ਕੀਤਾ ਗਿਆ। ਤਾਂ ਇਹ ਜੋ ਸਰਵੇ ਹੈ, ਸਰਵੇ 'ਚ ਤਾਂ ਹੀ 3 ਨਾਮ ਜਿਹੜੇ ਜ਼ਰੂਰ ਲਏ ਨੇ, ਪਰ ਅਜਿਹੀ ਸਥਿਤੀ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਅਸੀਂ ਕਹਿ ਸਕਦੇ ਕਿ ਸੰਖੇਪ 'ਚ ਕਿ ਅੱਜ ਵੀ ਦੀ ਤਰੀਕ ਦੇ ਵਿੱਚ ਐਨਡੀਏ ਦੀ ਜਿਹੜੀ ਝੰਡੀ ਆ ਉਹ ਬਰਕਰਾਰ ਨਜ਼ਰ ਆਉਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂਮਈ ਕ੍ਰਿਸ਼ਮਾ ਜਿਹੜਾ ਅਜੇ ਲੋਕਾਂ ਦੇ ਵਿੱਚ ਸ਼ਾਇਦ ਉਸ ਪੱਧਰ ਦਾ ਖਤਮ ਨਹੀਂ ਹੋਇਆ ਜਿਹਦੇ ਨਾਲ ਵਿਰੋਧੀ ਧਿਰ 2024 ਦੇ ਵਿੱਚ ਦਿੱਲੀ ਦੇ ਉੱਤੇ ਕਾਬਜ਼ ਹੋ ਸਕੇ। ਇਹ ਵੀ ਇੱਕ ਵੱਡਾ ਮਹੱਤਵਪੂਰਨ ਕਾਰਨ ਆ। ਔਰ ਸਭ ਤੋਂ ਵੱਡਾ ਕਾਰਨ ਲਖਵਿੰਦਰ ਜੀ ਇਹੋ ਹੀ ਆ ਕਿ ਵਿਰੋਧੀ ਧਿਰਾਂ ਕੋਲ ਕੋਈ ਖਾਸ ਇੱਕ ਪ੍ਰੋਗਰਾਮ ਅਜਿਹਾ ਨਹੀਂ ਦਿੱਤਾ ਗਿਆ ਲੋਕਾਂ ਨੂੰ ਕਿ ਜਿਹੜਾ ਖਾਸ ਤੌਰ ਤੇ ਭਾਜਪਾ ਦੀਆਂ ਨੀਤੀਆਂ ਦੇ ਸੰਦਰਭ ਦੇ ਵਿੱਚ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਜੀ ਪੱਧਰ ਤੇ ਵਿਰੋਧ ਕਰਦਾ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਆਧਾਰ ਬਣਾ ਕੇ ਗੱਲ ਕਰਦੀ ਸ਼ਾਇਦ ਬਹੁਤ ਵੱਡੇ ਤਬਕੇ ਨੂੰ ਇਹ ਪਸੰਦ ਜਿਹੜੀ ਆ ਉਹ ਗੱਲ ਨਹੀਂ ਆਉਂਦੀ। ਜਦੋਂ ਕਿ ਇੰਡੀਆ ਅਲਾਇੰਸ ਕੋਲ ਅਜਿਹਾ ਕੋਈ ਮੁੱਦਾ ਹੈ ਨਹੀਂ ਜਿਸ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਸਮੁੱਚੀ ਇੱਕ ਲੋਕ ਰਾਏ ਜਿਹੜੀ ਆ ਐਨਡੀਏ ਦੇ ਖਿਲਾਫ ਜਿਹੜੀ ਆ ਉਹ ਪੈਦਾ ਕਰ ਸਕਣ। ਤੇ ਸ਼ਾਇਦ ਇਹੋ ਹੀ ਕਾਰਨ ਪਰ ਅਣਖੀ ਸਰ ਜਿਸ ਤਰੀਕੇ ਨਾਲ ਪਿਛਲੇ ਵਾਰ ਨਰਿੰਦਰ ਮੋਦੀ ਜੀ ਵੱਲੋਂ ਇੱਕ ਐਲਾਨ ਇਸ ਫੈਕਟਰ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਵੀ 70 ਸਾਲ ਪਲੱਸ ਵਾਲਾ ਕੋਈ ਵੀ ਪ੍ਰਧਾਨ ਮੰਤਰੀ ਦਾ ਚਿਹਰਾ ਨਹੀਂ ਬਣੇਗਾ, ਜਿਸ ਦੇ ਵਿੱਚ ਸ਼ਾਇਦ ਲਾਲ ਕ੍ਰਿਸ਼ਨ ਅਡਵਾਨੀ ਵੀ ਤਾਂ ਹੀ ਸਾਈਡ ਲਾਈਨ ਕੀਤੇ ਗਏ ਸੀਗੇ। ਤੇ ਹੁਣ ਜਦੋਂ ਇਹ ਇਲੈਕਸ਼ਨ ਹੋਏਗੀ ਤਾਂ ਕੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਐਨਡੀਏ ਦਾ ਚਿਹਰਾ ਹੋਣਗੇ? ਇਹ ਵੀ ਬੜਾ ਮੈਟਰ ਕਰੇਗਾ, ਕਿਉਂਕਿ ਪਿਛਲੇ ਵਾਰ ਮੋਦੀ ਸਾਹਿਬ ਇਸ ਫੈਕਟਰ ਨੂੰ ਲੈ ਕੇ ਗੱਲ ਕਰਦੇ ਨਜ਼ਰ ਆਏ ਸੀ ਕਿ ਇਹ ਵੀ ਵੱਡਾ ਇਫੈਕਟ ਪੈ ਸਕਦਾ ਅਜੇ ਤੱਕ, ਕਿਉਂਕਿ ਐਨਡੀਏ ਨੇ ਵੀ ਇਸ ਸੰਬੰਧ ਦੇ ਵਿੱਚ ਪੱਤੇ ਨਹੀਂ ਖੋਲੇ। ਕਿਵੇਂ ਦੇਖ ਰਹੇ ਹੋ ਇਸ ਫੈਕਟਰ ਨੂੰ? ਨਹੀਂ, ਬਿਲਕੁਲ ਜੇ ਤਾਂ ਸੰਘ ਦੀਆਂ ਨੀਤੀਆਂ ਦੇ ਅਨੁਸਾਰ ਦੀ ਗੱਲ ਕਰੀਏ ਔਰ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਅਸੀਂ ਕਹਿ ਜਾਂਦੇ ਕਿ ਇੱਕ ਅਨੁਸ਼ਾਸਿਤ ਪਾਰਟੀ ਹੈਗੀ ਆ ਤਾਂ ਕੁਦਰਤੀ ਤੌਰ ਤੇ ਇਹਦੇ ਸੰਬੰਧੀ ਵੀ ਕੁਛ ਨਾ ਕੁਛ ਜਿਹੜੀ ਭਾਜਪਾ ਦੀ ਹਾਈਕਮਾਨ ਹੋਵੇਗੀ ਉਹ ਜ਼ਰੂਰ ਫੈਸਲਾ ਕੀਤਾ ਹੋਵੇਗਾ। ਤੁਸੀਂ ਬਾਤ ਦਰੁਸਤ ਫਰਮਾਇਆ ਕਿ ਅਜੇ ਤੱਕ ਐਨਡੀਏ ਵੱਲੋਂ ਵੀ ਪ੍ਰਧਾਨ ਮੰਤਰੀ ਦੇ ਨਾਮ ਦੇ ਜਿਹੜੇ ਪੱਤੇ ਆ ਉਹ ਨਹੀਂ ਖੁੱਲ੍ਹੇ ਗਏ। ਤੇ ਬਾਕੀ ਆਪਣੇ ਮਾਨ ਸਾਹਿਬ ਇਹ ਵੀ ਵੇਖਿਆ ਜਾਵੇ ਤਾਂ ਇਸ ਵੇਲੇ ਨਰਿੰਦਰ ਮੋਦੀ ਜਿਸ ਤਰ੍ਹਾਂ ਬੀਤੀਆਂ ਤੋਂ ਚੋਣਾਂ ਦੇ ਵਿੱਚੋਂ ਚਿਹਰਾ ਰਹੇ ਨੇ, ਅੱਜ ਦੀ ਤਰੀਕ ਦੇ ਵਿੱਚ ਤਾਂ ਉਹ ਚਿਹਰਾ ਹਨ ਹੀ ਹਨ। ਬਾਕੀ ਹਾਂ, ਜੇਕਰ ਇਹ ਸ਼ਰਤ ਉਹਨਾਂ ਤੇ ਵੀ ਲਾਗੂ ਹੁੰਦੀ ਆ ਤਾਂ ਭਾਰਤੀ ਜਨਤਾ ਪਾਰਟੀ ਕੋਲ ਆਪਣੇ ਲਖਵਿੰਦਰ 'ਚ ਬਹੁਤ ਅਜਿਹੇ ਚਿਹਰੇ ਨਹੀਂ ਜਿਨ੍ਹਾਂ ਨੂੰ ਉਹ ਕਿਸੇ ਵੀ ਐਨ ਅਖੀਰ ਦੇ ਸਮੇਂ ਉਹ ਸਾਹਮਣੇ ਉਹ ਕਰ ਸਕਦੇ ਆ। ਇਹ ਅਜੇ ਉਹਨਾਂ ਪੱਤੇ ਜਿਹੜੇ ਆ ਖੁੱਲ੍ਹੇ ਨਹੀਂ ਆ। ਤਾਂ ਇਸੇ ਕਰਕੇ ਹੀ ਅਸੀਂ ਅਸੀਂ ਉਸ ਪੁਆਇੰਟ ਤੇ ਆਪਾਂ ਮੁੱਦੇ ਦੀ ਜਿਹੜੀ ਗੱਲ ਨਹੀਂ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਅਗਲੇ ਚਿਹਰੇ ਹੋਣਗੇ। ਅਸੀਂ ਤਾਂ ਜਨਰਲ ਇਹ ਗੱਲ ਕੀਤੀ ਕਿ ਜੋ ਸੀ ਵੋਟਰ ਦਾ ਐਗਜ਼ਿਟ ਪੋਲ ਦਰਸਾ ਰਿਹਾ ਕਿ ਜਿਹੜੀ ਐਨਡੀਏ ਆ ਉਹ 306 ਵੋਟਾਂ 306 ਸੀਟਾਂ ਨੂੰ ਲੈ ਕੇ 2024 ਦੇ ਵਿੱਚ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਜੀ ਬਿਲਕੁਲ। ਤੇ ਨਾਲ ਹੀ ਨਾਲ ਆਪਾਂ ਇਹ ਵੀ ਦੱਸ ਦਈਏ ਵੀ ਇੱਕ ਸੀ ਵੋਟਰ ਦੇ ਵਿੱਚ ਸਵਾਲ ਪੁੱਛਿਆ ਗਿਆ ਸੀਗਾ ਜਿਸ ਦੇ ਵਿੱਚ ਵੀ ਅਲਾਇੰਸ ਦਾ ਨਾਮ ਯੂਪੀ ਤੋਂ ਬਦਲ ਕੇ INDA ਕੀਤਾ ਗਿਆ ਕਿ ਉਹਦਾ ਵੀ ਇਫੈਕਟ ਕੋਈ ਪਏਗਾ। ਤਾਂ 39% ਲੋਕਾਂ ਦੇ ਵੱਲੋਂ ਹਾਂ ਕੀਤੀ ਗਈ ਹੈ, ਜਦੋਂ ਕਿ 30% ਲੋਕਾਂ ਵੱਲੋਂ ਇਸ ਗੱਲ ਨੂੰ ਡਿਨਾਈ ਕੀਤਾ ਗਿਆ ਵੀ ਨਾਮ ਬਦਲਣ ਦੇ ਨਾਲ ਕੋਈ ਬਹੁਤਾ ਫਰਕ ਪੈਣ ਵਾਲਾ ਨਹੀਂ। ਲੇਕਿਨ ਅਸੀਂ ਕਲੀਅਰ ਕਰਦੇ ਸਾਡੇ ਦਰਸ਼ਕਾਂ ਨੂੰ ਇਹ ਸਿਰਫ ਔਰ ਸਿਰਫ ਸੀ ਵੋਟਰ ਸਰਵੇ ਦੇ ਆਧਾਰ ਦੇ ਉੱਪਰ ਇਹ ਸਰਵੇਖਣ ਕੀਤਾ ਕਿ ਜੋ ਸਰਵੇਖਣ ਹੋਇਆ ਸੀ ਉਸ ਦੇ ਆਧਾਰ ਤੇ ਇਹ ਦੱਸਿਆ ਜਾ ਰਿਹਾ ਵੀ ਇੱਕ ਵਾਰ ਫਿਰ ਤੋਂ ਐਨਡੀਏ ਕਲੀਅਰ ਤੌਰ ਤੇ ਸੱਤਾ ਦੇ ਉੱਪਰ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ। ਲੇਕਿਨ 2024 ਤੋਂ ਪਹਿਲਾਂ ਕਿਹੜੇ ਵੱਡੇ ਬਦਲਾਅ ਹੋ ਸਕਦੇ ਨੇ, ਜਦੋਂ ਕਿਉਂਕਿ ਨਾ ਤਾਂ ਅਜੇ ਕਾਂਗਰਸ ਦੇ ਨਾ ਤਾਂ ਵਿਰੋਧੀ ਦਲਾਂ ਦੇ ਅਲਾਇੰਸ ਦੇ ਵੱਲੋਂ ਤੇ ਨਾ ਹੀ ਐਨਡੀਏ ਦੇ ਵੱਲੋਂ ਅਜੇ ਤੱਕ ਪ੍ਰਧਾਨ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ। ਸੋ ਇਹ ਸੀ ਵੋਟਰ ਸਰਵੇ ਸੀ, ਸ਼ਾਇਦ 2024 ਦੇ ਇਲੈਕਸ਼ਨ ਦੇ ਪਹਿਲਾ ਸੀ ਵੋਟਰ ਸਰਵੇ ਸੀ ਇਹ। ਜਿਸ ਤਰ੍ਹਾਂ ਕਿਸਾਨ ਨੇ ਦੱਸਿਆ ਵੀ ਜੋ ਸੀ ਵੋਟਰ ਦੇ ਸਰਵੇਖਣ ਨੇ ਕਈ ਵਾਰ ਹੋਣਗੇ ਤੇ ਬਦਲਦੇ ਰਹਿੰਦੇ ਨੇ, ਫਿਗਰ ਬਦਲਦੇ ਰਹਿੰਦੇ ਨੇ, ਲੇਕਿਨ 2024 ਤੋਂ ਪਹਿਲਾਂ ਹੁਣ ਕਿਸ ਤਰ੍ਹਾਂ ਦੇ ਬਣਨਗੇ ਸਰਵੇਖਣ ਤੇ ਕਿਹੜਾ ਸਰਵੇਖਣ ਸਹੀ ਤੇ ਸਟੀਕ ਸਾਬਤ ਹੋਏਗਾ, ਇਹਦੇ ਲਈ ਤਾਂ 2024 ਤੱਕ ਦਾ ਹੀ ਇੰਤਜ਼ਾਰ ਕਰਨਾ ਪਏਗਾ। ਸੋ ਉੱਧਰ ਸਰ ਗੱਲ ਕਰੀਏ ਹੁਣ ਇੱਕ ਵੱਡੇ ਘਪਲੇ ਦੀ। ਪਿਛਲੇ ਦਿਨੀ ਇੱਕ ਵੱਡਾ ਘਪਲਾ ਪੰਜਾਬ ਦੇ ਵਿੱਚ ਹੋਇਆ ਸੀ ਅਮਰੂਦਾਂ ਦੇ ਬਾਗਾਂ ਨੂੰ ਲੈ ਕੇ। ਸੋ ਹੁਣ ਇਹ ਚਰਚਾਵਾਂ ਉੱਠੀਆਂ ਨੇ ਕਿ ਇਸ
ਜੋ ਮਾਮਲਾ ਸੀ, ਜੋ ਕਥਿਤ ਤੌਰ 'ਤੇ ਭਲਾਏ ਹੋਇਆ ਸੀਗਾ, ਉਸ ਦੇ ਵਿੱਚ ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੀਆਂ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ। ਚਰਚਾਵਾਂ ਇਹ ਨੇ ਕਿ ਇਸ ਮਾਮਲੇ ਨੂੰ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹੁਣ ਇਲਜ਼ਾਮ ਜਿਹੜੇ ਲਗਾਏ ਗਏ ਨੇ, ਕਿਹਦੇ ਵੱਲੋਂ ਲਗਾਏ ਗਏ ਨੇ ਤੇ ਕਿਹੜੇ ਤੱਥਾਂ ਦੇ ਆਧਾਰ ਦੇ ਉੱਪਰ ਇਹ ਗੱਲ ਸ਼ੁਰੂ ਹੋ ਚੁੱਕੀ ਹੈ ਵੀ ਇਸ ਮਾਮਲੇ ਨੂੰ ਕਥਿਤ ਤੌਰ ਤੇ ਹੁਣ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ? ਕਿਵੇਂ ਉਹ ਮਾਮਲਾ, ਕਿਹੜਾ ਪੂਰਾ ਘਪਲਾ ਸੀ, ਉਹ ਵੀ ਦੱਸ ਦਿਓ, ਥੋੜ੍ਹਾ ਜਿਹਾ ਲੋਕਾਂ ਨੂੰ ਚੇਤੇ ਕਰਾ ਦਿਓ, ਤੇ ਕਿਹੜੇ ਕਾਰਨਾਂ ਕਰਕੇ ਇਹ ਚਰਚਾਵਾਂ ਹੋਣ ਲੱਗੀਆਂ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ। ਮਾਨ ਸਾਹਿਬ, ਇਹ ਵੈਸੇ ਬਾਗ ਤੇ ਕਿੰਨੂ ਦੋ ਸ਼ਬਦ ਅਜਿਹੇ ਨੇ ਜਿਹੜੇ ਪੰਜਾਬ ਦੀ ਸਿਆਸਤ ਤੇ ਬੜੇ ਅੱਜ ਕੱਲ੍ਹ ਛਾਏ ਨੇ। ਇਹ ਤੁਹਾਨੂੰ ਯਾਦ ਹੋਵੇਗਾ ਕਿ ਮਾਨ ਸਾਹਿਬ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਭਗਵੰਤ ਮਾਨ ਹੋਣੀ, ਜਦੋਂ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਸੰਦਰਭ 'ਚ ਵੀ ਗੱਲ ਕੀਤੀ ਤਾਂ ਉਦੋਂ ਵੀ ਉਹਨਾਂ ਨੇ ਬਾਗਾਂ ਤੇ ਕਿੰਨੂਆਂ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਸੀ। ਇਹ ਤੁਹਾਡੇ ਕਿਹੜੇ ਕਿਹੜੇ ਬਾਗ ਦੇ ਕਿੰਨੂ ਜਿਹੜੇ ਮੈਂ ਦੱਸ ਸਕਦਾ। ਤੋਂ ਇਹ ਕਿੰਨੂ ਤੇ ਅਮਰੂਦ ਜਿਹੜੇ ਨੇ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਛਾਏ ਹੋਏ ਨੇ। ਤਾਂ ਜਿਸ ਮਸਲੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਇੱਕ ਘਪਲਾ ਜਿਹੜਾ ਗਮਾਡਾ ਜਿਹੜਾ ਯੋਜਨਾ ਸੀ ਉਹਦੇ ਤਹਿਤ ਮੁਹਾਲੀ ਦੇ ਵਿੱਚ ਆਪਣੇ ਮਾਨ ਸਾਹਿਬ ਹੋਇਆ ਸੀ। ਤਾਂ ਉੱਥੇ ਬਹੁਤ ਵੱਡੀ ਜਿਹੜੀ ਸਰਕਾਰੀ ਜਿਹੜੀ ਜਗ੍ਹਾ ਸੀ ਜਿਹਦੇ ਵਿੱਚ ਇਹ ਅਮਰੂਦਾਂ ਦੇ ਔਰ ਕਿੰਨੂਆਂ ਦੇ ਜਿਹੜੇ ਉਹ ਬਾਗ ਜਿਹੜੇ ਉਹ ਲੱਗੇ ਸੀ। ਤਾਂ ਜਦੋਂ ਗਮਾਡਾ ਯੋਜਨਾ ਦੇ ਤਹਿਤ ਜਿਹੜੀ ਮੁਹਾਲੀ ਦੇ ਬਣਾਇਆ ਗਿਆ ਕਿ ਜਦੋਂ ਉਹਦਾ ਸਰਕਾਰੀ ਰੇਟ ਉਹ ਲਿਖਣਾ ਸੀ ਔਰ ਇਹ ਜਗ੍ਹਾ ਜਿਹੜੀ ਸਰਕਾਰੀ ਜਗ੍ਹਾ ਸੀ ਔਰ ਇਹਨਾਂ ਜਗ੍ਹਾ ਦੇ ਉੱਤੇ ਕੁਝ ਸਰਕਾਰੀ ਇਮਾਰਤਾਂ ਦੀ ਉਸਾਰੀ ਜਾਂ ਰਸਤੇ ਦਾ ਜਿਹੜਾ ਸੀ ਉਹ ਰਸਤਾ ਜਿਹੜਾ ਉਹ ਲਿਖਿਆ ਜਾਣਾ ਸੀ। ਇਹਦੇ ਵਿੱਚੋਂ ਇਹ ਸਰਕਾਰੀ ਪ੍ਰਾਪਰਟੀ ਜਿਹੜੀ ਇਹਨੂੰ ਲਿਆਂਦਾ ਗਿਆ ਸੀ ਉਸ ਘੇਰੇ ਦੇ ਵਿੱਚ। ਤਾਂ ਉਸ ਵਕਤ ਦੇ ਦੋ ਸੀਨੀਅਰ IAS ਅਧਿਕਾਰੀਆਂ ਨੇ ਇਹ ਜੋ ਜਗ੍ਹਾ ਸੀ ਇਹ ਆਪਣੀ ਪਤਨੀਆਂ ਦੇ ਨਾਮ ਤੇ 2 ਨੰਬਰ 'ਚ ਖਰੀਦ ਕੇ ਜੋ ਸਰਕਾਰ ਵੱਲੋਂ ਬੈਨੀਫਿਟ ਮਿਲਣਾ ਸੀ ਕਰੋੜਾਂ ਦੇ ਹਿਸਾਬ ਦੇ ਨਾਲ ਉਹ ਜਿਹੜਾ ਬੈਨੀਫਿਟ ਜਿਹੜਾ ਉਹ ਲਿਆ। ਤਾਂ ਉਹ ਅਮਰੂਦ ਬਾਗ ਜਿਹੜੇ ਸਨ ਉਹ ਉਹਨਾਂ ਦਿਨਾਂ 'ਚ ਚਰਚਾਵਾਂ ਦੇ ਵਿੱਚ ਸਨ। ਪਰ ਜਿਨ੍ਹਾਂ ਦੇ ਵਿੱਚ 2 ਸੀਨੀਅਰ IAS ਅਧਿਕਾਰੀਆਂ ਦੀ ਪਤਨੀਆਂ ਦੇ ਨਾਮ ਜਿਹੜੇ ਉਹ ਆਉਂਦੇ ਆ ਕਿ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਹਿਲਾਂ ਇਹ ਜ਼ਮੀਨ ਜਿਹੜੀ ਸੀ ਆਪਣੀ ਪਤਨੀਆਂ ਦੇ ਨਾਮ ਤੇ ਦਰਜ ਕਰਾਈ। ਫਿਰ ਪਤਨੀਆਂ ਦੇ ਨਾਮ ਤੇ ਦਰਜ ਕਰਾਉਣ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਉਸ ਜ਼ਮੀਨ ਦੇ ਮੁਆਵਜ਼ੇ ਦੇ ਰੂਪ ਦੇ ਵਿੱਚ ਜਿਹੜੀ ਰਾਸ਼ੀ ਮਿਲਣੀ ਸੀ ਜਿਹੜੀ ਕਰੋੜਾਂ ਦੇ ਵਿੱਚ ਸੀ ਉਸ ਨੂੰ ਉਹਨਾਂ ਨੇ ਜਿਹੜਾ ਉਹ ਛਕਣਾ ਸੀ ਔਰ ਉਹਨਾਂ ਨੇ ਛਕਾਇਆ ਨਹੀਂ। ਇਹ ਯੋਜਨਾ ਜਿਹੜੀ ਗਮਾਡਾ ਯੋਜਨਾ ਦੇ ਤਹਿਤ ਮੁਹਾਲੀ ਦੇ ਵਿੱਚ ਇਹ ਜਿਹੜਾ ਸਾਰਾ ਇਨਸੀਡੈਂਟ ਵਾਪਰਿਆ। ਤਾਂ ਜਦੋਂ ਇਹ ਮਸਲਾ ਫਿਰ ਨਵੀਂ ਸਰਕਾਰ ਦੇ ਧਿਆਨ ਹੇਠ ਆਇਆ ਤਾਂ ਉਹਨਾਂ ਨੇ ਇਸ ਸਾਰੇ ਮਸਲੇ ਦੀ ਜਿਹੜੀ ਜਾਂਚ ਆ ਉਹ ਕਰਾਉਣ ਦੇ ਜਿਹੜੇ ਨਿਰਦੇਸ਼ ਜਿਹੜੇ ਜਾਰੀ ਕੀਤੇ ਸਨ। ਤਾਂ ਜਾਂਚ ਹੋਈ ਵੀ ਤਾਂ ਹੀ ਇਹ ਮਸਲਾ ਜਿਹੜਾ ਉਹ ਸਾਹਮਣੇ ਆਇਆ ਸੀ। ਤਾਂ ਜਦੋਂ 2 ਸੀਨੀਅਰ IAS ਅਧਿਕਾਰੀਆਂ ਦੀਆਂ ਪਤਨੀਆਂ ਇਸ ਕੇਸ ਦੇ ਵਿੱਚ ਫਸਣ ਲੱਗੀਆਂ ਔਰ ਫਾਸੀ ਗਈਆਂ ਤਾਂ ਉਸ ਵਕਤ ਜਿਹੜਾ ਨਜ਼ਲਾ ਸੀ ਉਹਨਾਂ ਅਧਿਕਾਰੀਆਂ ਦੇ ਉੱਤੇ ਵੀ ਪਤਾ ਲੱਗਾ ਕਿ ਡਿੱਗਾ। ਤਾਂ ਉਹਨਾਂ ਨੇ ਕਿਹਾ ਕਿ ਜੋ ਰਾਸ਼ੀ ਉਹਨਾਂ ਨੇ ਗ੍ਰਹਿਣ ਲਈ ਹੈ ਜਾਂ ਉੱਥੋਂ ਇਕੱਤਰ ਕੀਤੀ ਜਾਂ ਇਹ ਗਲਤ ਤਰੀਕੇ ਨਾਲ ਰਾਸ਼ੀ ਆਪਣੀ ਪਤਨੀਆਂ ਦੇ ਖਾਤੇ ਵਿੱਚ ਪਵਾਈ ਆ ਉਹ ਵਾਪਸ ਕਰਨ ਨੂੰ ਜਿਹੜੇ ਤਿਆਰ ਹਨ ਜਾਂ ਇਹੋ ਜਿਹੀ ਗੱਲਬਾਤ ਜਿਹੜੀ ਸੌਦੇਬਾਜ਼ੀ ਹੋਈ। ਤਾਂ ਉਸ ਮਸਲੇ ਨੂੰ ਲੈ ਕੇ ਹੁਣ ਇੱਕ ਨਵੇਂ ਤੱਥ ਜਿਹੜੇ ਮਾਨ ਸਾਹਿਬ ਉਸ ਸਾਹਮਣੇ ਜਿਹੜੇ ਉਹ ਆਏ ਨੇ, ਜਿਹੜੇ ਐਂਟੀ ਭ੍ਰਿਸ਼ਟਾਚਾਰ ਦੇ ਸੰਬੰਧੀ ਜਿਹੜੇ ਚੱਲ ਰਹੇ ਨੇ ਪ੍ਰਧਾਨ ਜਿਹੜੇ ਸਤਨਾਮ ਸਿੰਘ ਹੋਣੀ, ਜੇ ਮੈਂ ਗਲਤ ਨਾ ਹੋਵਾਂ ਮੇਰਾ ਖਿਆਲ ਇਹੋ ਹੀ ਉਹਨਾਂ ਦਾ ਨਾਮ ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਜੀ, ਪੰਜਾਬ ਅਗੇਂਸਟ ਕਰਪਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਾਊ ਸਾਹਿਬ ਬਿਲਕੁਲ ਉਹਨਾਂ ਨੇ ਇਹ ਗੱਲ ਖੁਲਾਸਾ ਜਿਹੜਾ ਕੀਤਾ ਆ ਕਿ ਹੁਣ ਇਹਨਾਂ ਜੋ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਬਚਾਇਆ ਜਾ ਰਿਹਾ, ਇਹਨਾਂ ਦੀਆਂ ਪਤਨੀਆਂ ਨੂੰ ਬਚਾਇਆ ਜਾ ਰਿਹਾ। ਹੁਣ ਆਪਣੇ ਆਪ ਦੇ ਵਿੱਚ ਮਾਨ ਸਾਹਿਬ ਇਹ ਜਿਹੜਾ ਇਲਜ਼ਾਮ ਹੈ ਬਹੁਤ ਵੱਡਾ ਇਲਜ਼ਾਮ ਹੈਗਾ ਸਰ। ਇਲਜ਼ਾਮ ਵੀ ਨਹੀਂ, ਜੋ ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਸੀ ਉਹਦੇ ਵਿੱਚ ਸੰਬੰਧਿਤ ਬਹੁਤ ਸਾਰੇ ਲੋਕਾਂ ਦੇ ਵਿੱਚੋਂ ਜੇ ਆਪਾਂ ਕਹੀਏ ਗ੍ਰਿਫਤਾਰੀਆਂ ਵੀ ਕੁਝ ਹੋਈਆਂ ਸੀ ਇਸ ਮਾਮਲੇ ਦੇ ਵਿੱਚ, ਸੋ ਆਪਾਂ ਕੋਰੇ ਇਲਜ਼ਾਮ ਵੀ ਨਹੀਂ ਕਹਿ ਸਕਦੇ। ਮੈਂ ਬਿਲਕੁਲ ਮਾਨ ਸਾਹਿਬ, ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹੀ ਆ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਮੁੱਖ ਮੰਤਰੀ ਵੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੂੰ ਇਸ ਮੁੱਦੇ ਤੇ ਆਧਾਰ ਬਣਾਉਂਦੇ, ਮਨਪ੍ਰੀਤ ਬਾਦਲ ਦਾ ਮੈਂ ਤਾਂ ਨਾਂ ਲੈ ਰਿਹਾ ਕਿਉਂਕਿ ਉਹਨਾਂ ਦੇ ਜਿਵੇਂ ਇਸ ਗਮਾਡਾ ਯੋਜਨਾ ਦਾ ਕਿਤੇ ਨਾ ਕਿਤੇ ਕਥਿਤ ਤੌਰ ਤੇ ਜਿਹੜੀਆਂ ਕੜੀਆਂ ਸੀ ਕਿਤੇ ਨਾ ਕਿਤੇ ਉਹਨਾਂ ਨਾਲ ਜਾ ਕੇ ਜੁੜਦੀਆਂ ਪ੍ਰਤੀਤ ਹੁੰਦੀਆਂ ਨੇ ਜਾਂ ਜੁੜਦੀਆਂ ਸਮਝੋ ਵੀ ਸਥਿਤੀ ਹਨ। ਤਾਂ ਕਿਉਂਕਿ ਉਸ ਸਮੇਂ ਦੇ ਰਾਜਕਾਲ ਜਦੋਂ ਮਨਪ੍ਰੀਤ ਬਾਦਲ ਹੁਣੀ ਵਿੱਤ ਮੰਤਰੀ ਸਨ ਤਾਂ ਉਦੋਂ ਹੀ ਇਹ ਗਮਾਡਾ ਯੋਜਨਾ ਜਿਹੜੀ ਬਣਦੀ ਆ ਔਰ ਉਹਦੇ ਅਨੁਸਾਰ ਹੀ ਸਾਰਾ ਕੁਝ ਹੁੰਦਾ। ਸੋ ਇਸ ਕਰਕੇ ਵਿਜੀਲੈਂਸ ਨੇ ਵੀ ਇਸ ਦੀ ਜਿਹੜੀ ਜਾਂਚ ਕੀਤੀ ਔਰ ਵਿਜੀਲੈਂਸ ਨੇ ਇਸ ਜਾਂਚ ਦੇ ਵਿੱਚ ਬਾਕਾਇਦਾ ਤੌਰ ਤੇ ਜਿਹੜੇ ਇਹ 2 IAS ਅਧਿਕਾਰੀ ਸਨ ਉਹਨਾਂ ਦੀਆਂ ਪਤਨੀਆਂ ਨੂੰ ਕਥਿਤ ਤੌਰ ਤੇ ਦੋਸ਼ੀ ਜਿਹੜਾ ਉਹ ਪਾਇਆ ਸੀ। ਤਾਂ ਹੁਣ ਇਹ ਸਾਰੇ ਸੰਦਰਭ ਦੇ ਵਿੱਚ ਜਦੋਂ ਵਿਜੀਲੈਂਸ ਨੇ ਛੋਟੇ ਪੱਧਰ ਤੇ ਜਾਂ ਛੋਟੇ ਲੋਕਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਹੋਵੇ ਤਾਂ ਜਿਹੜੀਆਂ ਵੱਡੀਆਂ ਮੱਛੀਆਂ ਨੇ ਜਾਂ ਵੱਡੇ ਮਗਰਮੱਛ ਨੇ ਜੇਕਰ ਉਹਨਾਂ ਨੂੰ ਹੱਥ ਪਾਉਣ
ਦੀ ਬਜਾਏ ਹੁਣ ਵਿਚਕਾਰਲਾ ਅਗਰ ਰਸਤਾ ਲੱਭਿਆ ਜਾ ਰਿਹਾ ਤਾਂ ਫਿਰ ਕੁਦਰਤੀ ਤੌਰ ਤੇ ਮਾਨ ਸਾਹਿਬ ਇਹਦੇ ਤੇ ਚਰਚਾ ਜਿਹੜੀ ਹੋਣੀ ਜ਼ਰੂਰ ਬਣਦੀ ਆ, ਰੌਲਾ ਜ਼ਰੂਰ ਬਣਦਾ ਹੈਗਾ। ਕਿਉਂਕਿ ਅਗਰ ਵੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਇੱਕ ਨਹੀਂ, ਜਿਹੜੀ IAS ਲੌਬੀ ਆ ਉਹ ਹਮੇਸ਼ਾ ਸਰਕਾਰ ਉੱਤੇ ਹਾਵੀ ਹੋਣ ਦਾ ਯਤਨ ਉਹ ਕਰਦੀ ਰਹੀ ਹੈ। ਬੀਤੇ ਸਮੇਂ ਦੇ ਵਿੱਚ ਹਾਲਾਂਕਿ ਸਰਕਾਰ ਨੇ ਸੰਜੇ ਪੋਪਰੀ ਜਾਂ ਹੋਰ IAS ਅਧਿਕਾਰੀਆਂ ਦੇ ਖਿਲਾਫ ਸਕੰਜਾ ਕੱਸਿਆ ਔਰ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਿਹਨਾਂ ਕਰਪਸ਼ਨ ਦੇ ਅਗੇਂਸਟ ਦੇ ਵਿੱਚ ਹਨ। ਪਰ ਜੇਕਰ ਹੁਣ ਇਸ ਮੁੱਦੇ ਦੇ ਉੱਤੇ ਸਰਕਾਰ ਚੁੱਪ ਰਹਿੰਦੀ ਆ ਔਰ ਸਰਕਾਰ ਕੋਈ ਵੀ ਐਕਸ਼ਨ ਨਹੀਂ ਕਰਦੀ ਤਾਂ ਫਿਰ ਸਤਨਾਮ ਸਿੰਘ ਦਾਊ ਹੋਣਾ ਦਾ ਇਹ ਮੁੱਦਾ, ਇਹ ਸ਼ੰਕਾ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਉਠਾਇਆ, ਬਹੁਤ ਸਾਰੇ ਸਵਾਲਾਂ ਦੀ ਇਹ ਮੰਗ ਕਰਦਾ ਕਿ ਹਾਂ ਵੀ ਇਹ ਤੱਥ ਸਪਸ਼ਟ ਕੀਤੇ ਜਾਣ ਕਿ ਇੱਕ ਪਾਸੇ ਤਾਂ ਤੁਸੀਂ ਸੰਜੇ ਪੋਪਰੀ ਜਾਂ ਹੋਰ ਬੰਦੇ IAS ਅਧਿਕਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਫੜ ਕੇ ਤੁਸੀਂ ਅੰਦਰ ਕੀਤਾ, ਸਖਤ ਐਕਸ਼ਨ ਲਿਆ, ਤਾਂ ਫਿਰ ਹੁਣ ਇਹਨਾਂ ਨੂੰ ਬਚਾਉਣ ਦਾ ਕੀ ਕਾਰਨ ਹੈ? ਇਸ ਸਾਰੇ ਮਸਲੇ ਨੂੰ ਠੰਡੇ ਬਸਤੇ ਵਿੱਚ ਕਿਉਂ ਪਾਇਆ ਜਾ ਰਿਹਾ? ਇਹ ਵਿਸ਼ਾ ਇਹ ਜ਼ਰੂਰ ਧਿਆਨ ਦੀ ਮੰਗ ਕਰਦਾ। ਤੇ ਸ਼ਾਇਦ ਲਖਵਿੰਦਰ ਜੀ ਇਸ ਦਾ ਕਾਰਨ ਇਹੋ ਹੀ ਲੱਗਦਾ ਕਿ IAS ਲੌਬੀ ਉਹ ਸਰਕਾਰ ਦੇ ਉੱਤੇ ਇੰਨੀ ਹਾਵੀ ਹੋਣ ਦਾ ਯਤਨ ਆ ਜਾਂ ਇੰਨੀ ਹਾਵੀ ਹੋ ਚੁੱਕੀ ਆ ਕਿ ਸਰਕਾਰ ਹੁਣ ਅਜਿਹੀ ਕੋਈ ਕਾਰਵਾਈ ਕਰਨ ਤੋਂ ਡਰ ਰਹੀ ਆ। ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਨੇ ਬੀਤੇ ਸਮੇਂ ਦੇ ਵਿੱਚ ਕਈ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਟਾਰਗੇਟ ਕੀਤਾ ਜਾਂ ਕਰਪਸ਼ਨ ਦੇ ਦੋਸ਼ਾਂ ਦੇ ਵਿੱਚ ਫੜ ਕੇ ਅੰਦਰ ਕੀਤਾ ਆ, ਤਾਂ ਜੇਕਰ ਇੱਕ ਕਿਸਮ ਦਾ ਵਿਰੋਧ ਕਾਂਗਰਸ ਵੱਲੋਂ ਵੀ ਕੀਤਾ ਜਾ ਰਿਹਾ ਤਾਂ ਸ਼ਾਇਦ ਹੁਣ ਮੌਜੂਦਾ ਸਰਕਾਰ IAS ਅਫਸਰਾਂ ਦੇ ਅਧਿਕਾਰੀਆਂ ਦੀਆਂ ਪਤਨੀਆਂ ਦੇ ਖਿਲਾਫ ਕਾਰਵਾਈ ਕਰਨ ਤੋਂ ਕੁਝ ਡਰ ਮਹਿਸੂਸ ਕਰ ਰਹੀ ਹੈ ਕਿ ਕਿਤੇ ਅਸੰਤੋਸ਼ ਅਫਸਰਸ਼ਾਹੀ ਦੇ ਵਿੱਚ ਨਾ ਫੈਲ ਜਾਵੇ। ਸ਼ਾਇਦ ਇਹੋ ਹੀ ਕਾਰਨ ਆ ਕਿ ਇਸ ਮਸਲੇ ਦੀ ਜਾਂਚ ਹੁਣ ਠੰਡੀ ਕਰ ਦਿੱਤੀ ਗਈ ਹੈ ਜਾਂ ਇਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ। ਪਰ ਪ੍ਰਸ਼ਨ ਇੱਥੇ ਮਾਨ ਸਾਹਿਬ ਇਹ ਪੈਦਾ ਹੁੰਦਾ ਕਿ ਕੋਈ ਵੀ ਅਧਿਕਾਰੀ, ਜਿਸ ਤਰ੍ਹਾਂ ਮਾਨ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਸਾਹਿਬ ਕਿ ਹਾਂ ਜਿਹਨੇ ਵੀ ਪੰਜਾਬ ਦਾ ਪੈਸਾ ਖਾਧਾ ਭਾਈ ਉਹ ਕੋਈ ਵੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਤਾਂ ਚਾਹੀਦਾ ਤਾਂ ਫਿਰ ਇਹ ਆ ਕਿ ਇਸ ਮਸਲੇ ਦੀ ਜਾਂਚ ਨਿਰਪੱਖ ਹੋ ਕੇ ਸੰਬੰਧਿਤ ਕੋਈ ਵੀ ਅਧਿਕਾਰੀ ਹੋਵੇ ਜਾਂ ਉਹਨਾਂ ਦੇ ਰਿਸ਼ਤੇਦਾਰ ਹੋਣ, ਉਹਨਾਂ ਨੂੰ ਖਿਲਾਫ ਕਾਰਵਾਈ ਹੋਣੀ ਚਾਹੀਦੀ ਜੀ। ਪਰ ਫਿਲਹਾਲ ਸਤਨਾਮ ਸਿੰਘ ਦਾਊ ਸਾਹਿਬ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਐਰੋਪੋਨਿਕਸ ਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ, ਜਿਸ ਦੇ ਤਹਿਤ ਇਹਨਾਂ ਜ਼ਮੀਨਾਂ ਦੇ ਉੱਪਰ ਸੜਕ ਬਣਾਉਣ ਦਾ ਜੋ ਕਾਰਜਕ੍ਰਮ ਆ ਉਹ ਲੀਕ ਦਿੱਤਾ ਗਿਆ ਗਾ। ਸੋ ਯੋਜਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਅਮਰੂਦ ਬਾਗ ਜੋ ਕਥਿਤ ਘੁਟਾਲਾ ਹੋਇਆ ਸੀ ਉਹਨੂੰ ਠੰਡੇ ਬਸਤੇ ਵਿੱਚ ਪਾਉਣ ਦੀ ਇਲਜ਼ਾਮ ਨੇ ਜੋ ਸਤਨਾਮ ਸਿੰਘ ਦਾਊ ਸਾਹਿਬ ਲਗਾਉਂਦੇ ਨਜ਼ਰ ਆ ਰਹੇ ਨੇ ਕਿ ਇਹ ਸੱਚਮੁੱਚ ਨਵਾਂ ਸਿਟੀ ਵਸਾਉਣ ਦੀ ਯੋਜਨਾ ਜਾਂ ਸੜਕ ਜਾਲ ਵਿਛਾਉਣ ਦੀ ਯੋਜਨਾ ਹੈ ਕਿ ਇਹ ਅਮਰੂਦਾਂ ਦੇ ਬਾਗਾਂ ਨੂੰ ਉਸ ਕੱਪੜੇ ਨੂੰ ਦਬਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਇਸ ਦੇ ਪਿੱਛੇ ਕੁਝ ਮਨਸ਼ਾ ਹੋ ਰਿਹਾ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ। ਲੇਕਿਨ ਸਤਨਾਮ ਸਿੰਘ ਦਾਊ ਵੱਲੋਂ ਇਸ ਮਾਮਲੇ ਦੇ ਵਿੱਚ ਇਲਜ਼ਾਮ ਲਾਉਣੇ ਜ਼ਰੂਰ ਸ਼ੁਰੂ ਕਰ ਦਿੱਤੇ ਗਏ ਨੇ। ਤੇ ਉਧਰ ਗੱਲ ਕਰੀਏ ਅਧਿਆਪਕਾਂ ਦੀ, ਕਿਉਂਕਿ ਅਧਿਆਪਕਾਂ ਦਾ ਰੇੜਕਾ ਲੰਮੇ ਸਮੇਂ ਤੋਂ ਸਰਕਾਰ ਦੇ ਨਾਲ ਚੱਲਦਾ ਰਿਹਾ ਹੈ, ਭਾਵੇਂ ਕਿ ਸਰਕਾਰ ਵੱਲੋਂ ਆਪਣੇ ਤੌਰ ਤੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਕੱਚੇ ਅਧਿਆਪਕਾਂ ਨੂੰ ਪੱਕਾ ਵੀ ਕਰ ਦਿੱਤਾ ਗਿਆ ਸੀ। ਸੋ ਮੁੱਖ ਮੰਤਰੀ ਸਾਹਿਬ ਵੱਲੋਂ ਵੱਡਾ ਫੈਸਲਾ ਲਿਆ ਗਿਆ ਸੀ, ਤਨਖਾਹਾਂ ਵੀ 3-3 4-4 ਗੁਣਾ ਵਧਾਈਆਂ ਗਈਆਂ ਸੀ। ਲੇਕਿਨ ਇੱਕ ਅਧਿਆਪਕ ਵਰਗ ਵੱਲੋਂ ਅਜੇ ਵੀ ਨਾ ਖੁਸ਼ ਪ੍ਰਗਟ ਕੀਤੀ ਗਈ ਹੈ, ਨਾ ਖੁਸ਼ੀ ਪ੍ਰਗਟ ਕੀਤੀ ਹੈ ਸਰਕਾਰ ਦੇ ਖਿਲਾਫ, ਤੇ ਇੱਕ ਵੱਡੇ ਸੰਘਰਸ਼ ਦਾ ਐਲਾਨ ਵੀ ਕਰ ਦਿੱਤਾ ਗਿਆ। ਕਿਹੜੇ ਅਧਿਆਪਕ ਨੇ ਉਹ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ, ਕਿਸ ਤਰੀਕੇ ਦਾ ਐਲਾਨ ਕੀਤਾ ਗਿਆ ਤੇ ਐਲਾਨ ਕਰਨ ਦੀ, ਸੰਘਰਸ਼ ਕਰਨ ਦੀ ਆਖਰ ਨੌਬਤ ਪੈਦਾ ਹੀ ਕਿਉਂ ਹੋਈ ਹੈ? ਪੂਰਾ ਮਾਮਲਾ ਕੀ ਹੈ ਜੀ? ਮਾਨ ਸਾਹਿਬ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ 12,710 ਅਧਿਆਪਕਾਂ ਨੂੰ ਪੱਕੇ ਕਰਨ ਦਾ ਐਲਾਨ ਉਹ ਕੀਤਾ। ਉਹਦੇ ਸੰਬੰਧੀ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਵੀ ਦਿੱਤੇ ਗਏ ਕਿ ਅਸੀਂ ਇਹਨਾਂ ਅਧਿਆਪਕਾਂ ਨੂੰ ਕੱਚੇ ਤੋਂ ਪੱਕੇ ਉਹ ਕਰ ਦਿੱਤਾ ਗਿਆ ਔਰ ਬਕਾਇਦਾ ਤੌਰ ਤੇ ਗਿਣਤੀ ਸੀ 12,710 ਅਧਿਆਪਕਾਂ ਦੀ ਦੱਸੀ ਸੀ। ਜਦੋਂ ਤੇ ਇਹਨਾਂ ਅਧਿਆਪਕਾਂ ਨੂੰ ਪੱਕਿਆ ਕੀਤਾ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਇਹਨਾਂ ਦੀਆਂ ਤਨਖਾਹਾਂ 3 ਗੁਣੀਆਂ ਕਰ ਦਿੱਤੀਆਂ ਗਈਆਂ, ਤਨਖਾਹਾਂ 'ਚ ਵਾਧਾ ਕਰ ਦਿੱਤਾ ਗਿਆ ਔਰ ਹੋਰ ਸਹੂਲਤਾਂ ਦੇਣ ਦਾ ਐਲਾਨ ਉਹ ਕੀਤਾ ਗਿਆ ਕਿ ਇਹਨਾਂ ਨੂੰ ਦੇਣ ਦਾ ਅਸੀਂ ਸਹੂਲਤਾਂ ਇਹ ਦੇਵਾਂਗੇ, ਤੁਹਾਨੂੰ ਕੋਈ ਕੱਚਾ ਅਧਿਆਪਕ ਪੰਜਾਬ ਦੇ ਵਿੱਚ ਨਹੀਂ ਦੇਗਾ। ਪਰ ਅਜੇ ਤੱਕ ਆਪਣੇ ਲਖਵਿੰਦਰ ਜੀ ਸਥਿਤੀ ਇਹ ਸਪਸ਼ਟ ਨਹੀਂ ਹੋ ਸਕੀ ਕਿ ਇਹ 12,710 ਅਧਿਆਪਕ ਮਾਨ ਸਰਕਾਰ ਵੱਲੋਂ ਭਰਤੀ ਪੱਕੇ ਕੀਤੇ ਗਏ ਤੇ ਦੂਜੇ ਪਾਸੇ ਵਿਰੋਧ ਹੁਣ ਕਰ ਰਹੇ ਆ ਉਹ ਹੈ ਹੁਣ ਤਾਜ਼ਾ ਜਾਣਕਾਰੀ ਅਨੁਸਾਰ 8776 ਅਧਿਆਪਕਾਂ ਨੇ ਸੰਗਰੂਰ ਦੇ ਵਿੱਚ ਧਰਨਾ ਲਾ ਕੇ ਅੱਜ ਵੀ ਬੈਠੇ ਔਰ ਸੰਗਰੂਰ ਦੀ ਟੈਂਕੀ ਦੇ ਉੱਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਪਰਮਜੀਤ ਸਿੰਘ ਨਾਮ ਦਾ ਬੰਦਾ ਅਜੇ ਵੀ ਟੈਂਕੀ ਤੇ ਚੜਿਆ। ਉਹਨਾਂ ਵੱਲੋਂ ਦੁਬਾਰਾ ਸੰਘਰਸ਼ ਦਾ ਐਲਾਨ ਆ ਉਹ ਕਰ ਦਿੱਤਾ ਗਿਆ ਸਰਕਾਰ ਦੇ ਖਿਲਾਫ। 3 ਪੱਧਰ ਤੇ ਉਹਨਾਂ ਨੇ ਕਿਹਾ ਕਿ ਅਸੀਂ 3 ਪੱਧਰ ਤੇ ਸਰਕਾਰ ਦੇ ਖਿਲਾਫ ਰੈਲੀਆਂ ਉਹ ਕਰਾਂਗੇ।
ਹੁਣ ਇਹ ਜਿਹੜੇ 8736 ਅਧਿਆਪਕ ਨੇ, ਇਹ ਜਿਹੜੇ ਅਧਿਆਪਕ ਨੇ, ਕੀ ਇਹ 12710 ਦੇ ਵਿੱਚ ਹੀ ਹੈ ਜਾਂ ਇਹ ਹੋਰ ਨੇ? ਅਜੇ ਤੱਕ ਇਹ ਸਥਿਤੀ ਜਿਹੜੀ ਆ ਕਲੀਅਰ ਜਿਹੜੀ ਆ ਮਾਨ ਸਾਹਿਬ ਨਹੀਂ ਹੋ ਸਕੀ। ਹਾਲਾਂਕਿ ਸਰਕਾਰ ਕਹਿੰਦੀ ਆ ਕਿ ਅਸੀਂ 8776 ਜਾਂ ਬਾਕੀ ਹੋਰ ਵਲੰਟੀਅਰ ਕੁੱਲ ਬਣਾ ਕੇ 12710 ਅਧਿਆਪਕ ਪੱਕੇ ਕਰ ਦਿੱਤੇ ਆ, ਪਰ ਹੁਣ ਇਹ 8736 ਅਧਿਆਪਕ ਜਿਹੜੇ ਨੇ ਇਹਨਾਂ ਨੇ ਦੁਬਾਰਾ ਸੰਘਰਸ਼ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ। ਸੰਘਰਸ਼ ਦਾ ਐਲਾਨ ਇਹਨਾਂ ਨੇ ਤਾਂ ਗੱਲ ਕੀਤੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਅਧਿਆਪਕਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਗਿਆ ਉਦੋਂ ਵੀ ਸੰਘਰਸ਼ ਜਿਹੜਾ ਜਾਰੀ ਸੀ। ਤਾਂ ਉਸ ਵਕਤ ਇਸ ਯੂਨੀਅਨ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੇ ਕਿਹਾ ਸੀ ਕਿ ਸਾਡੀ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਜਿਹੜੀ ਕਰਵਾਈ ਜਾਏ। ਤਾਂ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਇਹ ਗੱਲ ਕਹੀ ਗਈ ਸੀ ਕਿ 25 ਅਗਸਤ ਨੂੰ ਤੁਹਾਡੀ ਮੁਲਾਕਾਤ ਜਿਹੜੀ ਆ ਉਹ ਮੁੱਖ ਮੰਤਰੀ ਸਾਹਿਬ ਨਾਲ ਚੰਡੀਗੜ੍ਹ ਵਿਖੇ ਕਰਾ ਦਿੱਤੀ ਜਾਊਗੀ। ਤੁਹਾਡੀ ਗੱਲਬਾਤ, ਜੋ ਵੀ ਤੁਹਾਡੀਆਂ ਮੰਗਾਂ ਨੇ ਜਾਂ ਜੋ ਵੀ ਤੁਹਾਡੇ ਮਨ 'ਚ ਸ਼ੰਕੇ ਨੇ, ਉਹਨਾਂ ਦੇ ਸੰਬੰਧ ਵਿੱਚ ਮੁਲਾਕਾਤ ਕਰਵਾ ਕੇ ਤੁਹਾਡੇ ਸ਼ੰਕਿਆਂ ਦਾ ਨਿਵਾਰਨ ਜਿਹੜਾ ਉਹ ਕੀਤਾ ਜਾਵੇਗਾ। ਤਾਂ ਹੁਣ ਇਹ ਦੋਸ਼ ਲੱਗੇ ਨੇ ਕਿ ਜਦੋਂ 25 ਅਗਸਤ ਨੂੰ ਇਹ ਅਧਿਆਪਕ ਜੋ ਸਮੂਹ ਜਥੇਬੰਦੀਆਂ ਦੇ ਜਿਹੜੇ ਕਾਰਕੁਨ ਸਨ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਚੰਡੀਗੜ੍ਹ ਵਿਖੇ ਪਹੁੰਚੇ, ਤਾਂ ਉੱਥੇ ਬਿਨਾਂ ਕੋਈ ਮੁਲਾਕਾਤ ਕਰਾਇਆ ਇਹਨਾਂ ਦੀ ਜਿਹੜੀ ਤਰੀਕ ਆ ਉਹ 14 ਸਤੰਬਰ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਹੁਣ ਇਸ ਮੁੱਦੇ ਨੂੰ ਲੈ ਕੇ ਇਹ ਕੱਚੇ ਅਧਿਆਪਕਾਂ 'ਚ ਰੋਹ ਹੈਗਾ। ਉਹ ਕਹਿੰਦੇ ਕਿ ਹਮੇਸ਼ਾ ਹੀ ਤਰੀਕ ਦੇ ਕੇ ਹੀ ਉਹਨਾਂ ਦੇ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਰਿਹਾ ਤੇ ਗੱਲ ਨੂੰ ਅੱਗੇ ਗਾਂਹ ਦਰ ਗਾਂਹ ਕੀਤਾ ਜਾਂਦਾ ਰਿਹਾ। ਹੁਣ ਜਿਸ ਤਰੀਕ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾ ਧਰਨਾ ਜਿਹੜਾ ਆ 4 ਸਤੰਬਰ ਨੂੰ ਜਿਹੜਾ ਅਸੀਂ ਉਹ ਦੇਵਾਂਗੇ ਤੇ ਅਸੀਂ 3 ਪੱਧਰ ਤੇ ਪੰਜਾਬ ਦੇ ਵਿੱਚ ਜਿਹੜੀਆਂ ਰੈਲੀਆਂ ਜਾਂ ਧਰਨੇ ਜਿਹੜੇ ਆਯੋਜਿਤ ਕਰਾਂਗੇ। ਹੁਣ ਮਾਨ ਸਾਹਿਬ ਪ੍ਰਸ਼ਨ ਇਹ ਬਣਦਾ ਕਿ ਇੱਕ ਪਾਸੇ ਤਾਂ ਸਰਕਾਰ ਕਹੀ ਜਾਂਦੀ ਕਿ ਅਸੀਂ ਸਮੁੱਚੇ ਕੱਚੇ ਅਧਿਆਪਕਾਂ ਨੂੰ ਪੱਕੇ ਕਰ ਚੁੱਕੇ ਹਾਂ, ਦੂਜੇ ਪਾਸੇ ਇਹ 8736 ਅਧਿਆਪਕ ਉਹ ਨੇ ਜਿਹੜੇ ਅਜੇ ਵੀ ਕਹਿ ਰਹੇ ਨੇ ਕਿ ਅਸੀਂ ਕੱਚੇ ਹਾਂ ਜਾਂ ਸਾਨੂੰ ਉਹ ਸਹੂਲਤਾਂ ਜਾਂ ਉਹ ਚੀਜ਼ਾਂ ਨਹੀਂ ਮਿਲੀਆਂ ਜਿਹੜੀਆਂ ਇੱਕ ਬਤੌਰ ਰੈਗੂਲਰ ਅਧਿਆਪਕ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਜੇਕਰ ਹੁਣ ਸਰਕਾਰ ਨੇ ਜਾਂ ਉਸ ਵਕਤ ਪ੍ਰਸ਼ਾਸਨ ਨੇ ਇਹਨਾਂ ਅਧਿਆਪਕਾਂ ਨੂੰ ਇਹ ਟਾਈਮ ਦਿੱਤਾ ਕਿ ਅਸੀਂ ਤੁਹਾਡੀ ਮੁਲਾਕਾਤ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਨਾਲ 25 ਅਗਸਤ ਨੂੰ ਕਰਾਵਾਂਗੇ, ਤਾਂ ਫਿਰ ਕਰਾ ਦੇਣੀ ਚਾਹੀਦੀ ਸੀ, ਤਾਂ ਜੋ ਘੱਟ ਤੋਂ ਘੱਟ ਅਜਿਹੇ ਡਾਊਟ ਜਾਂ ਅਜਿਹੇ ਸ਼ੰਕੇ ਜਿਹੜੇ ਇਸ ਯੂਨੀਅਨ ਦੇ ਮਨਾਂ ਦੇ ਵਿੱਚ ਹਨ ਕਾਰਕੁਨਾਂ ਦੇ ਉਹ ਨਾ ਹੁੰਦੇ। ਪਰ ਸ਼ਾਇਦ ਸਰਕਾਰ ਜਿਹੜੀ ਆ ਇਸ ਮਸਲੇ ਤੇ ਕੁਝ ਵੀ ਸਪਸ਼ਟ ਨੀਤੀ ਜਿਹੜੀ ਆ ਉਹ ਅਖਤਿਆਰ ਜਿਹੜੀ ਆ ਉਹ ਨਹੀਂ ਕਰ ਰਹੀ। ਇੱਕ ਅੰਬਲ ਭੂਸੇ ਦੀ ਸਥਿਤੀ ਅਸੀਂ ਕਹਿ ਸਕਦੇ ਹਾਂ ਕਿ ਤਨਖਾਹਾਂ ਜ਼ਰੂਰ ਵਾਧਾ ਕਰ ਦਿੱਤਾ ਗਿਆ, ਸਰਕਾਰ ਨੇ ਆਪਣੇ ਪੈਰਾਮੀਟਰਾਂ ਦੇ ਅਨੁਸਾਰ ਇਹਨਾਂ ਅਧਿਆਪਕਾਂ ਨੂੰ ਤਾਂ ਜ਼ਰੂਰ ਪੱਕਿਆਂ ਕਰ ਦਿੱਤਾ, ਪਰ ਅਧਿਆਪਕ ਜਿਹੜੇ ਨੇ ਅਜੇ ਵੀ ਆਪਣੇ ਆਪ ਨੂੰ ਥੱਕੇ ਹੋਏ ਜਿਹੜੇ ਮਹਿਸੂਸ ਕਰ ਰਹੇ ਆ, ਕਿਉਂਕਿ ਉਹਨਾਂ ਨੂੰ ਉਹ ਚੀਜ਼ਾਂ, ਉਹ ਰੈਗੂਲਰ ਸਹੂਲਤਾਂ ਜਿਹੜੀਆਂ ਸ਼ਾਇਦ ਉਹਨਾਂ ਨੂੰ ਨਹੀਂ ਮਿਲ ਰਹੀਆਂ ਜਿਹੜੀਆਂ ਇੱਕ ਰੈਗੂਲਰ ਅਧਿਆਪਕ ਨੂੰ ਮਿਲਦੀਆਂ ਨੇ। ਤਾਂ ਸ਼ਾਇਦ ਇਸੇ ਹੀ ਕਾਰਨ ਉਹਨਾਂ ਵੱਲੋਂ ਤਿੱਖੇ ਸੰਘਰਸ਼ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਗਿਆ। ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ 4 ਸਤੰਬਰ ਤੋਂ ਬਾਅਦ ਇਹ ਜਿਹੜਾ 8736 ਅਧਿਆਪਕਾਂ ਦਾ ਜਿਹੜਾ ਸੰਘਰਸ਼ ਦਾ ਐਲਾਨ ਆ ਇਹ ਅਗਲਾ ਰੂਪ ਕੀ ਅਖਤਿਆਰ ਕਰਦਾ, ਕੀ ਸਰਕਾਰ ਇਹਨਾਂ ਨੂੰ ਪੂਰਨ ਤੌਰ ਤੇ ਸੰਤੁਸ਼ਟ ਕਰ ਪਾਉਂਦੀ ਹੈ ਤੇ ਜਾਂ ਇਹ ਸੰਘਰਸ਼ ਕਿਸੇ ਹੋਰ ਰੂਪ ਰੇਖਾ ਦੇ ਵਿੱਚ ਪੰਜਾਬ ਦੇ ਵਿੱਚ ਚੱਲੇਗਾ। ਜੀ ਬਿਲਕੁਲ ਹੁਣ ਬੜੀ ਜਲਦੀ ਕਲੀਅਰ ਹੋ ਜਾਏਗਾ, ਕਿਉਂਕਿ ਹੁਣ ਇੱਕ ਵਾਰ ਫਿਰ ਤੋਂ ਅਧਿਆਪਕਾਂ ਦੇ ਵੱਲੋਂ ਸੰਘਰਸ਼ ਦੀ ਗੱਲ ਸਾਹਮਣੇ ਆਈ ਹੈ ਵੀ ਸੰਘਰਸ਼ ਕਰਦੇ ਨਜ਼ਰ ਆਉਣਗੇ, ਤੇ ਦੂਸਰੇ ਪਾਸੇ ਸਰਕਾਰ ਦੇ ਵੱਲੋਂ 3-3 4-4 ਗੁਣਾ ਤਨਖਾਹਾਂ ਵਧਾ ਕੇ ਇਹਨਾਂ ਨੂੰ ਪੱਕੇ ਕਰਨ ਦਾ ਐਲਾਨ ਵੀ ਕੀਤਾ ਸੀ ਤੇ ਉਹਨਾਂ ਨੂੰ ਇਹਨਾਂ ਦੇ ਪੱਤਰ ਨੇ ਜੋ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ ਗਏ ਸੀਗੇ। ਲੇਕਿਨ ਟਕਰਾਅ ਦੀ ਸਥਿਤੀ ਅਜੇ ਵੀ ਕਿਉਂ, ਇਹ ਹੁਣ ਆਉਣ ਵਾਲੀ ਅਗਲੀ ਮੀਟਿੰਗ ਦੇ ਵਿੱਚ ਕਲੀਅਰ ਹੁੰਦਾ ਹੋਇਆ ਨਜ਼ਰ ਆਏਗਾ ਕਿ ਅਧਿਆਪਕ ਇੱਕ ਵਾਰ ਫਿਰ ਸੜਕਾਂ 'ਤੇ ਉਤਰਨਗੇ ਜਾਂ ਸਰਕਾਰ ਉਸ ਤੋਂ ਪਹਿਲਾਂ ਹੀ ਕੋਈ ਇਹਨਾਂ ਨੂੰ ਹੋਰ ਆਸਵਾਸ਼ਨ ਦੇ ਦੇਵੇਗੀ ਜਾਂ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਏਗਾ। ਸੁਣਕੀ ਜੀ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਨਾਲ ਚਰਚਾ ਕੀਤੀ ਗਈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।